ਅਕਾਲੀਆਂ ਦੇ ਗੜ ਲੰਬੀ ਚ ਬੋਲੇ ਅਰਵਿੰਦ ਕੇਜਰੀਵਾਲ। ਕਿਹਾ ਮੈਨੂੰ ਮੁੱਖ ਮੰਤਰੀ ਚੰਨੀ ਵਾਂਗ ਗੁੱਲੀ ਡੰਡਾ ਖੇਡਣਾ ਨਹੀਂ ਆਉਂਦਾ, ਸਕੂਲ ਬਣਾਉਣੇ ਆਉਂਦੇ ਨੇ। ਆਪ ਦੀ ਸਰਕਾਰ ਆਉਣ ਤੇ ਦਿੱਲੀ ਵਾਂਗ ਬਿਜਲੀ ਪਾਣੀ ਕਰਾਂਗੇ ਮੁਫਤ। ਰਾਏਕੋਟ ਰੈਲੀ ਚ ਨਵਜੋਤ ਸਿੱਧੂ ਦਾ ਵੱਡਾ ਵਾਅਦਾ। ਬੋਲੇ ਦਾਲਾਂ ਤੇ ਤੇਲ ਬੀਜਾਂ ਤੇ ਵੀ ਦੇਵਾਂਗੇ MSP। ਮੈਂ ਤੇ ਚੰਨੀ ਦੋ ਬੈਲਾਂ ਦੀ ਜੋੜੀ, ਰਲ ਕੇ ਬਚਾਵਾਂਗੇ ਜਵਾਨੀ ਤੇ ਕਿਸਾਨੀ। ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵੱਡਾ ਦਾਅਵਾ। ਕਿਹਾ ਡਰੱਗ ਮਾਫੀਆ ਦੀਆਂ ਵੱਡੀਆਂ ਮੱਛੀਆਂ ਖਿਲਾਫ ਜਾਰੀ ਹੈ ਜਾਂਚ। ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀ ਵੀ ਨਹੀਂ ਜਾਣਗੇ ਬਖਸ਼ੇ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਮਿਸ਼ਨ ਮਾਝਾ ਜਾਰੀ। ਬਟਾਲਾ ਤੇ ਦੀਨਾਨਗਰ ਤੋਂ ਬਾਅਦ ਹੁਣ ਪਠਾਨਕੋਟ 'ਚ ਕਰ ਰਹੇ ਨੇ ਧੂਆਂਧਾਰ ਪ੍ਰਚਾਰ। ਕਾਂਗਰਸ ਤੇ ਆਪ ਦੋਵੇਂ ਨਿਸ਼ਾਨੇ ਤੇ। ਕਿਸਾਨ ਆਗੂਆਂ ਵਿਚਾਲੇ ਤਕਰਾਰ ਖੁੱਲ੍ਹ ਕੇ ਆਈ ਸਾਹਮਣੇ। ਜਗਜੀਤ ਡੱਲੇਵਾਲ ਨੇ ਰਾਜੇਵਾਲ ਦੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ। ਬੋਲੇ ਜਿਸ ਸੰਗਠਨ ਨਾਲ ਜੋੜ ਕੇ ਮੈਨੂੰ ਦੱਸ ਰਹੇ RSS ਦਾ ਬੰਦਾ, ਉਸਦੇ ਫਾਊਂਡਰ ਮੈਂਬਰ ਨੇ ਰਾਜੇਵਾਲ। ਲਖੀਮਪੁਰ ਕਾਂਡ ਤੇ ਸੰਸਦ 'ਚ ਹੋਇਆ ਜ਼ਬਰਦਸਤ ਹੰਗਾਮਾ। ਵਿਰੋਧੀਆਂ ਵੱਲੋਂ ਅਜੇ ਮਿਸ਼ਰਾ ਦੇ ਅਸਤੀਫੇ ਦੀ ਮੰਗ। ਰਾਹੁਲ ਗਾਂਧੀ ਬੋਲੇ ਅਪਰਾਧੀ ਮੰਤਰੀ ਨੂੰ ਤੁਰੰਤ ਹਟਾਇਆ ਜਾਵੇ। ਕੀ ਹੈ ਪਿਛਲੇ 5 ਸਾਲ ਦਾ ਹਿਸਾਬ? ਤਰੱਕੀ ਦੀ ਰਾਹ ਤੇ ਕਿਵੇਂ ਦੌੜੇਗਾ ਪੰਜਾਬ? ਇੱਕ ਅਜਿਹਾ ਮੰਚ ਜਿੱਥੇ ਉੱਠੇਗੀ ਜਨਤਾ ਦੀ ਆਵਾਜ਼। ਸਰਕਾਰ ਦੇ ਨੁਮਾਇੰਦੇ ਦੇਣਗੇ ਹਰ ਸਵਾਲ ਦਾ ਜਵਾਬ। ਦੇਖਣਾ ਨਾ ਭੁੱਲਣਾ ਏਜੰਡਾ ਪੰਜਾਬ। ਸ਼ੁੱਕਰਵਾਰ ਦੁਪਹਿਰ 3 ਵਜੇ ਤੋਂ ਲਗਾਤਾਰ ਸਿਰਫ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਗੱਲ CM ਚੰਨੀ ਦੇ ਇੱਕ ਵੱਡੇ ਬਿਆਨ ਦੀ। ਡਰੱਗਸ ਮਾਮਲੇ ਤੇ CM ਚੰਨੀ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਵੱਡੀਆਂ ਮੱਛੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀ ਕਿਸੇ ਵੀ ਪਾਰਟੀ ਦੇ ਹੋਣ ਬਖਸ਼ੇ ਨਹੀਂ ਜਾਣਗੇ। ਇਸ ਦੇ ਨਾਲ ਉਹਨਾਂ ਨੇ ਸਕਾਲਰਸ਼ਿਪ ਘੁਟਾਲੇ ਤੇ ਵੀ ਕਿਹਾ ਕਿ ਸਖਤ ਐਕਸ਼ਨ ਲਿਆ ਜਾਵੇਗਾ। ਜਿਹੜਾ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਾਂਗੇ ਨਹੀਂ। ਸੋ ਡਰੱਗਸ ਮਾਮਲੇ ਤੇ ਲਗਾਤਾਰ ਸਰਕਾਰ ਨੂੰ ਸਵਾਲ ਪੁੱਛੇ ਜਾਂਦੇ ਨੇ। CM ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ, ਉਹਨਾਂ ਨੂੰ ਘੇਰਿਆ ਜਾਂਦਾ ਹੈ। ਵਿਰੋਧੀ ਪਾਰਟੀਆਂ ਵੀ CM ਤੇ ਨਿਸ਼ਾਨੇ ਲਾਉਂਦੀਆਂ ਨੇ ਕਿਉਂਕਿ ਡਰੱਗਸ ਮਾਮਲੇ ਤੇ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਬਿਆਨ ਸੀ, ਜਦੋਂ ਗੁਟਕਾ ਸਾਹਿਬ ਦੀ ਸਹੁੰ ਖਾਦੀ ਤੋਂ ਲੈ ਕੇ ਅੱਜ ਤੱਕ ਜੋ ਬਿਆਨ ਸਿਆਸੀ ਸਫਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਬੈਕਫੁੱਟ ਤੇ ਰਹਿੰਦੀ ਹੈ। ਔਰ ਕਿਉਂਕਿ ਹੁਣ ਇਲੈਕਸ਼ਨ ਦਾ ਸਮਾਂ ਆ ਗਿਆ, ਕੁਝ ਦਿਨਾਂ ਦੇ ਵਿੱਚ ਅੱਗੇ ਕੋਡ ਲੱਗਣ ਦੀ ਸੰਭਾਵਨਾ ਹੈ, ਪਰ ਸਰਕਾਰ ਹੁਣ ਤੱਕ ਕੋਈ ਵੀ ਵੱਡਾ ਐਕਸ਼ਨ ਇਸ ਮਾਮਲੇ ਤੇ ਨਹੀਂ ਕਰ ਸਕੀ ਹੈ। ਇਹ ਮਾਮਲਾ ਅਦਾਲਤਾਂ ਦੇ ਵਿੱਚ ਹੀ ਚੱਲ ਰਿਹਾ ਹੈ। ਸੋ ਕਈ ਵਾਰੀ ਇਹ ਵੀ ਮੰਤਰੀ ਕਹਿੰਦੇ ਸੁਣਾਈ ਦਿੰਦੇ ਨੇ ਕਿ ਜੋ ਕਾਨੂੰਨ ਦੇ ਮੁਤਾਬਕ ਹੋਏਗਾ, ਜੋ ਵੀ ਹੋਏਗਾ ਕਾਨੂੰਨ ਦੇ ਮੁਤਾਬਕ ਹੋਏਗਾ। ਪਰ ਉਸ ਦੇ ਨਾਲ ਨਾਲ ਜਦੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਫਿਰ ਇਸ ਤਰੀਕੇ ਦੇ ਬਿਆਨ ਸਾਹਮਣੇ ਆਉਂਦੇ ਨੇ, ਜੋ ਅੱਜ CM ਚੰਨੀ ਨੇ ਇੱਕ ਵਾਰ ਮੁੜ ਦੁਹਰਾਇਆ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਜਲਦ ਹੀ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਏਗਾ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਨਸ਼ੇ ਫੈਲਾਏ ਹੈ, ਜੇ ਬੜੇ ਸੌਦਾਗਰ ਜਿਨ੍ਹਾਂ ਨੂੰ ਕਹਿੰਦੇ ਆ, ਬੜੀਆਂ ਮੱਛੀਆਂ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦੇ ਖਿਲਾਫ ਐਸੀ ਕਾਰਵਾਈ ਆਰੰਭ ਕਰ ਦਿੱਤੀ ਹੈ। ਦੂਸਰਾ, ਜਿਨ੍ਹਾਂ ਲੋਕਾਂ ਨੇ SC ਸਕਾਲਰਸ਼ਿਪ ਦੇ ਵਿੱਚ ਘਪਲਾ ਕੀਤਾ ਹੈ, ਉਹਨਾਂ ਦੇ ਖਿਲਾਫ ਵਿਜੀਲੈਂਸ ਵੱਲੋਂ ਪੰਜਾਬ ਦੇ ਵਿੱਚ ਐਸੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੇ ਗੱਲ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਵੱਲੋਂ ਵੀ ਅੱਜ ਇੱਕ ਵੱਡਾ ਵਾਅਦਾ ਕੀਤਾ ਗਿਆ ਹੈ। ਰਾਏਕੋਟ ਰੈਲੀ 'ਚ ਪਹੁੰਚੇ ਸੀ ਨਵਜੋਤ ਸਿੰਘ ਸਿੱਧੂ। ਉੱਥੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਦਾਲਾਂ ਅਤੇ ਤੇਲ ਬੀਜਾਂ ਤੇ ਵੀ ਪੰਜਾਬ ਸਰਕਾਰ MSP ਦੇਵੇਗੀ। ਉਹਨਾਂ ਕਿਹਾ ਕਿ ਮੇਰੀ ਤੇ ਚੰਨੀ ਦੀ ਦੋ ਬਲਦਾਂ ਦੀ ਜੋੜੀ ਹੈ ਤੇ ਅਸੀਂ ਰਲ ਕੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਵਾਂਗੇ। ਕਿਸਾਨੀ ਪੰਜਾਬ ਮਾਡਲ ਨਾਲ ਹੀ ਸੁਧਰ ਸਕੇਗੀ। ਇਹ ਦਾਅਵਾ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਦੁਬਾਰਾ ਸੱਤਾ ਦੇ ਵਿੱਚ ਆਉਣ ਤੇ ਅਸੀਂ ਦਾਲਾਂ ਤੇ ਤੇਲ ਬੀਜਾਂ ਤੇ MSP ਆਪਣੇ ਕੋਲੋਂ ਦੇਵਾਂਗੇ। ਔਰ ਸਭ ਤੋਂ ਵੱਡੀ ਗੱਲ, ਕਿਸਾਨੀ ਤੇ ਜਵਾਨੀ ਖੜੀ ਕਰਨੀ ਪੈਣੀ ਹੈ। ਮੈਂ ਤੁਹਾਨੂੰ ਜਵਾਨ ਦਿਨਾ ਕਿ MSP ਨੂੰ ਅਸੀਂ ਕਾਨੂੰਨੀ ਲੀਗੈਲਿਟੀ ਦਿਆਂਗੇ। ਸਿੱਧੂ ਜਵਾਨ ਦਿੰਦਾ, ਤੁਹਾਨੂੰ ਜਵਾਨ ਦਿੰਦਾ ਕਿ ਆਪਦੀ ਪਛਾਣ ਕਿਸਾਨੀ ਮੇਰੇ ਛੋਟੇ ਵੀਰ ਚੰਨੀ ਨਾਲ ਰਲ ਕੇ ਖੜੀ ਕਰੂੰ। ਸਾਡੀ ਤਾਂ ਦੋ ਬਲਦਾਂ ਦੀ ਜੋੜੀ ਹੈ,
ਉਹ ਪਹਿਲਾਂ ਬਿੰਡੀ ਫਸ ਜਾਂਦੀ ਨਾ, ਬਿੰਡੀ ਕਿੰਨੇ ਕੁ ਯਾਦ ਹੈ? ਹੱਸ ਲੋ ਤਾੜੀ ਠੋਕੋ ਟਕਾ ਕੇ। ਹਾਂ, ਜਦੋਂ ਬਿੰਡੀ ਫਸ ਜਾਂਦੀ ਨਾ ਫਿਰ ਉਹ ਬਲਦ ਹੱਕਦੇ, ਤੇ ਦੋ ਤੇ ਅਸੀਂ ਜੋਤੇ ਆ, ਤੇ ਬਾਕੀ ਆ ਜਿਹੜੇ ਸੋਫੇ ਵਾਲੇ ਆ ਇਹ ਵੀ ਬੋਲਦੀ ਨੇ, ਕੱਕ 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 ਕਰਕੇ ਠਾਂ ਦੇਣੇ, ਬਿੰਡੀ ਕਰ ਦੇਣਗੇ ਠੋਕੋ ਤਾੜੀ ਟਕਾ ਕੇ। ਤੇ ਨਵਜੋਤ ਸਿੰਘ ਸਿੱਧੂ ਨੇ ਅੱਜ ਬਾਦਲ ਪਰਿਵਾਰ ਤੇ ਵੀ ਨਿਸ਼ਾਨੇ ਲਾਏ। ਸਿੱਧੂ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਹਮੇਸ਼ਾ ਲੁੱਟਿਆ ਹੈ, ਟਰਾਂਸਪੋਰਟ ਮਾਫੀਆ ਨੂੰ ਲਿਆਉਣ ਵਾਲੇ ਬਾਦਲ ਨੇ, ਔਰ ਬੇਅਦਬੀ ਦਾ ਇਨਸਾਫ ਲੋਕਾਂ ਦੀ ਅਦਾਲਤ 'ਚ ਹੋਏਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਨਸ਼ੇ ਲਈ ਕੌਣ ਜ਼ਿੰਮੇਵਾਰ ਹੈ। ਤਾਂ ਉਹਨਾਂ ਮਜੀਠੀਆ ਤੇ ਸੁਖਬੀਰ ਬਾਦਲ ਦੇ ਲਈ ਹੋਰ ਵੀ ਕਾਫੀ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ। ਤੇ ਲੱਖ ਕਰਨ ਬਾਦਲ, ਲੱਖ ਕਰਨ ਇਹਨਾਂ ਨੂੰ ਬਚਾਉਣ ਵਾਲੇ, ਲੱਖ ਕਰਨ ਇਹਨਾਂ ਨਾਲ ਰਲ ਮਿਲ ਕੇ ਖੇਡਣ ਵਾਲੇ, ਲੇਕਿਨ ਬੇਅਦਬੀ ਦਾ ਇਨਸਾਫ ਲੋਕਾਂ ਦੀ ਅਦਾਲਤ 'ਚ ਪੱਕਾ ਹੋਊਗਾ, ਲੋਕਾਂ ਦੀ ਅਦਾਲਤ ਦੇ ਵਿੱਚ ਪੱਕਾ ਹੋਊਗਾ। ਇਸ ਕਰਕੇ ਉਹ ਪੁਰਾਣੇ ਜਾਨਵਰ ਹੁੰਦੇ ਸੀ ਡਾਇਨੋਸਾਰ, ਉਹ ਡਾਇਨੋਸਾਰ ਤੇ ਪ੍ਰਿਥਵੀ ਦੇ ਉੱਤੇ ਆ ਸਕਦੇ ਆ, ਲੇਕਿਨ ਸੁਖਬੀਰ ਬਾਦਲ ਤੁਸੀਂ ਜੀਜਾ ਸਾਲਾ ਦੁਬਾਰਾ ਸਰਕਾਰ 'ਚ ਨਹੀਂ ਆ ਸਕਦੇ। ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ, ਠੋਕੋ ਤਾੜੀ ਟਕਾ ਕੇ। ਤੇ ਰਾਏਕੋਟ ਰੈਲੀ ਦੌਰਾਨ ਸਿੱਧੂ ਦੇ ਨਿਸ਼ਾਨੇ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਰਹੇ। ਸਿੱਧੂ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਕੇਜਰੀਵਾਲ ਤੇ ਵੀ ਤੰਜ ਕੱਸੇ। ਕੇਜਰੀਵਾਲ ਦੱਸੋ ਝੂਠਾ ਫਰਾਡ ਹੋਏ ਕਿਤੇ ਦਾ ਹੈ, 에어ਪੋਰਟ ਬਣਾਉਣਾ ਚਾਹੀਦਾ। ਉਹ 에어ਪੋਰਟ ਤੇ ਬਣ ਗਿਆ ਹਵਾਰਾ 에어ਪੋਰਟ, ਸਰਦਾਰ ਅਮਰ ਸਿੰਘ ਨੇ ਬਣਾਤਾ। ਪੱਟੂ ਤੂੰ ਸਾਡਾ ਖਾਈ ਜਾਣਾ, ਖੱਟੀ ਖਾਈ ਜਾਣਾ, ਐਵੇਂ ਬੇਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ, ਠੋਕੋ ਟਕਾ ਕੇ ਠੋਕੋ। ਹੈ ਇਹ ਕੀ ਗੱਲ ਹੋਈ? ਬਣਾਤਾ, ਤੂੰ ਗੱਲਾਂ ਕਰਦਾ ਬਣਾਉਣੀਆਂ ਪਿਛਲੀ। ਤੇ ਉਧਰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਅੱਜ ਮਾਝੇ 'ਚ ਹੁੰਕਾਰ ਭਰੀ। ਪਹਿਲਾਂ ਬਟਾਲਾ ਤੇ ਫਿਰ ਪਠਾਨਕੋਟ 'ਚ ਸੁਖਬੀਰ ਨੇ ਵਰਕਰ ਮਿਲਣੀਆਂ ਕੀਤੀਆਂ ਤੇ ਰੋਡ ਸ਼ੋਅ ਕਰਕੇ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ। ਇਸ ਦੌਰਾਨ ਸੁਖਬੀਰ ਦੇ ਨਿਸ਼ਾਨੇ ਤੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਰਹੇ। ਕੀ ਰੰਧਾਵਾ ਕੱਲ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਚਲੇ ਗਏ ਜੀ? ਯਾਰ ਉਹ ਤਾਂ ਦਿਲੋਂ ਹੀ ਕਾਂਗਰਸੀ, ਉਹ ਖਾਨਦਾਨ ਨੇ ਜਿਹੜੇ ਖਾਨਦਾਨ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਹਨੇ ਇੰਦਰਾ ਗਾਂਧੀ ਨੂੰ ਭਾਈ ਦਿੱਤੀ ਸੀ। ਇਹ ਜਾਂ ਖਾਨਦਾਨ ਚੰਨੀ ਤਾਂ ਹੁਣ ਰਗੜਤਾ ਨਾ, ਚੰਨੀ ਨੂੰ ਵਰਤਣਾ ਸੀ, ਚੰਨੀ ਦਾ ਹੁਣ ਚੰਨੀ ਰਹਿ ਗਿਆ। ਕਾਂਗਰਸ ਲਗਾਤਾਰ ਹੀ ਸੈਲੀਬ੍ਰਿਟੀ ਨੂੰ ਲਈ ਜਾ ਰਹੀ ਹੈ। ਕੋਈ ਮਰਜ਼ੀ ਨਹੀਂ ਹੋ ਜਾਏ, ਹੁਣ ਕੋਈ ਸੈਲੀਬ੍ਰਿਟੀ ਆ, ਸੈਲੀਬ੍ਰਿਟੀ ਆ ਬੈਠੇ ਲੋਕ। ਤੇ ਉਧਰ ਅਰਵਿੰਦ ਕੇਜਰੀਵਾਲ ਵੀ ਅੱਜ ਬਾਦਲਾਂ ਦੇ ਗੜ ਲੰਬੀ 'ਚ ਨਜ਼ਰ ਆਏ। ਇੱਕ ਵੱਡੀ ਰੈਲੀ ਕੀਤੀ ਗਈ ਅਰਵਿੰਦ ਕੇਜਰੀਵਾਲ ਵੱਲੋਂ, ਔਰ ਸੀਐਮ ਚੰਨੀ ਦੇ ਬਹਾਨੇ ਕਾਂਗਰਸ ਸਰਕਾਰ ਤੇ ਕੇਜਰੀਵਾਲ ਨੇ ਨਿਸ਼ਾਨੇ ਸਾਧੇ। ਉਹਨਾਂ ਚੰਨੀ ਸਰਕਾਰ ਨੂੰ ਨੋਟੰਕੀਬਾਜ਼ ਤੇ ਡਰਾਮੇਬਾਜ਼ ਦੱਸਿਆ। ਉਹਨਾਂ ਕਿਹਾ ਕਿ ਸੀਐਮ ਚੰਨੀ ਇਸ ਵੇਲੇ ਮਜ਼ਾਕ ਦਾ ਪਾਤਰ ਬਣ ਗਏ ਨੇ, ਕਾਂਗਰਸ ਨੇ ਪਿਛਲੇ 25 ਸਾਲਾਂ 'ਚ ਕੁਝ ਨਹੀਂ ਕੀਤਾ। ਨਾਲ ਦੀ ਨਾਲ ਉਹਨਾਂ ਅਕਾਲੀਆਂ ਤੇ ਵੀ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਕਿ ਅਕਾਲੀ 19 ਸਾਲ ਸੱਤਾ 'ਚ ਰਹੇ ਪਰ ਉਹਨਾਂ ਨੇ ਵੀ ਕੁਝ ਨਹੀਂ ਕੀਤਾ। ਅਸੀਂ 5 ਸਾਲਾਂ 'ਚ ਦਿੱਲੀ 'ਚ ਕਮਾਲ ਕਰਕੇ ਦਿਖਾਇਆ ਹੈ ਤੇ पंजाब च सत्ता चाउन ते इत्थे भी कमाल करके दिखावांगे। फिर उसने इंटरव्यू टीवी वाले ने पूछा आजकल एनआरआई का क्या माहौल है जी? बोले मैं तो खुद ही एनआरआई हूं। बोले आप कैसे एनआरआई हो? मैं कहते मैं पहले पिंड में रहता था, अब मैं शहर में आ गया तो पिंड वाले मेरे को एनआरआई बोलते हैं। तो लोगों ने मजाक बनाने शुरू कर दिए। कल सोशल मीडिया पे चल रहा था कि जो वो मिस यूनिवर्स बनी है हमास संधू, उसने फोन किया चन्नी साहब को कि जी मैं हमास संधू बोल रही हूं, मिस यूनिवर्स बन गई। कहता ले मैं तो खुद ही मिस यूनिवर्स हूं। चन्नी साहब एक दिन जेल गए, जेल में कैदियों से मिलने के लिए। एक कैदी मिला, उससे पूछा कि तू जेल क्यों आया? कहता जी मैं जेब काटता था। कहता ले मैं तो खुद जेब काटता हूं। मजाक बना दिया इन्होंने सरकार का। ऐसे पंजाब का कैसे भविष्य आगे बढ़ेगा? जब कांग्रेस को लगने लगा कि कैप्टन साहब से तो हार जाएंगे, तो अभी 3 महीने पहले उन्होंने चन्नी साहब को मुख्यमंत्री बना दिया। अब चन्नी साहब ने नए नए ऐलान करने चालू किए हैं।
रोज नए नए ऐलान करते हैं, लेकिन एक बात जरूर है, इससे बड़ी भारत के इतिहास में नौटंकीबाज और ड्रामेबाज सरकार आज तक हमने नहीं देखी। मैं आपको कहना चाहता हूं, मेरे को गिल्ली डंडा खेलना नहीं आता, मेरे को आपके बच्चों के लिए स्कूल बनवाने आते हैं, मेरे को टेंट लगाना नहीं आता, आपकी बिजली फ्री करनी आती है, बिजली का बिल आपका जीरो करना आता है, मेरे को गाय का दूध निकालना नहीं आता, लेकिन मेरे को 24 घंटे बिजली देनी आती है आप लोगों को। ਤੇ ਸਿੱਧਾ ਲੈ ਚੱਲਦੇ ਹਾਂ ਤੁਹਾਨੂੰ ਚੀਫ ਇਲੈਕਸ਼ਨ ਕਮਿਸ਼ਨਰ ਸੁਸ਼ੀਲ ਚੰਦਰਾ ਪ੍ਰੈਸ ਕਾਨਫਰੰਸ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ। Party representative also desired 100% webcasting coverage on polling day from all the polling stations to ensure transparency. Some political parties also opined that duplication of names in some of the voter list, as also names of migrant workers in the voter list. Cutting across party lines, representative requested the commission to take stern measures to create a conducive atmosphere for free and fair elections. Now I shall apprise you about the specific initiatives and directions of the commission to address these concerns and other concerns. ECI has always recognized that after the voters, political parties are the most important stakeholders in the election process. The commission has assured the political party representative that our endeavor is to conduct free, fair, participative, inclusive, and inducement-free elections. Since our endeavor is to encourage maximum voter turnout, we have also analyzed the specific low voter turnout constituencies. Commission's officers have been holding regular meetings with all district electoral officers and taking stock of ground situations. Let me give you some more details about that. Voter registration. We have to appreciate that the right to vote is a valued responsibility. We should make every effort to participate in the elections to strengthen our democracy. In 2017 assembly elections, voter turnout was 77.4%, and in 2019 general elections it dropped to 65.96%. I've always maintained that every voter, in fact, has two specific touch points with the election process. Once at the time of registration, and second at the time of casting his vote. Our teams are ensuring that ease of voting should be our guiding factor. In our recently conducted special summary revision exercise, the final electoral roll, for which we will be published on 5th of January 2022, as on date, we have enlisted 274,177 new voters in the state. I am happy to inform you that in the process, we have improved our gender ratio from previous 898 to 902, meaning more females have been registered as voters. And I am very happy to say that this time the female have crossed 1 crore mark in the state in the voter list. The final figures will be clear when the exercise will be concluded. And we have been able to map 1,40,835 PWD voters, the persons with the disabilities, 5,16,567 voters of 80 plus age, 1,11,941 service voters, and 1,72,608 first-time voters of age 18-19 years. It has been our endeavor and continuous efforts that each and every one who has completed the age of 18 as of 1st of January 2022 should be put into the voter list. The persons with the disabilities have been, found out from the different departments database, and our teams have worked very hard into this, which has resulted into enrollment of new voters to this extent that as on date, 2.2 crore voters are existing on the electoral roll of the state. And polling stations and voter facilitation efforts, keeping in view the COVID social distancing norms, the Commission has specifically revised some extant norms. Earlier,
there used to be a booth over 1,500 persons, which we have reduced to 1,200, so that there should be sufficient time and the proper self-distancing, the social distancing can be maintained, because of which we have increased our booths by 1,478 from the last elections, and the total number of polling booths is 24,689 at present in whole of Punjab. ECI has also assured all political party representatives that webcasting will be arranged in all polling stations except the polling stations in the border districts which comes under shadow areas. Otherwise, for making the transparency, at all polling booths will be having a webcasting, which is a very important step towards the transparency and absolutely a neutrality, and the person can see that the elections are absolutely in a very free and fair manner. To make elections more accessible, the Commission has directed that all polling stations shall be located on the ground floor with assured minimum facilities like drinking water facility, toilets, ramps, wheelchair, electricity, volunteers, shades, help desk, etc. We have given a very heavy emphasis that our all polling booths should be accessible. For the person with disability, all arrangements will be made like free transport to pick them up and to drop them, with the voluntary assistance at the polling booths, proper ramps on the polling booths, arrangement of the wheelchairs, so that they should also be absolutely feeling good while come to the polling stations, and their experience should be absolutely hassle-free, and they should be in absolutely good position to cast their vote. As a part of the Commission's initiative to provide a comfortable experience to women voters, we are going to set up 165 all women managed polling stations in the state. That is give a boost of confidence even to the rural ladies who can come and cast their votes. तो एक छोटे जा कमर्शियल ब्रेक, जल्द वापस होनी है।